ਸਤਿ ਸ਼੍ਰੀ ਅਕਾਲ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮੈਂ ਤੁਹਾਡਾ ਆਪਣਾ ਰਣਦੀਪ ਸਿੰਘ। ਕਾਫੀ ਦਿਨਾਂ ਤੋਂ ਜਾਂ ਆਪਾਂ ਕਹਿ ਲਈਏ ਇੱਕ ਚੀਜ਼ ਆਪਾਂ ਨੋਟ ਕਰਦੇ ਆ ਰਹੇ ਹਾਂ। ਉਹ ਤਾਂ ਬਹੁਤ ਸਾਲ ਗਏ, ਪਰ ਮੈਂ ਕਾਫੀ ਦਿਨਾਂ ਤੋਂ ਇੱਕ ਚੀਜ਼ ਨੋਟ ਕਰਦਾ ਪਿਆ ਵੀ ਇਸ ਦੇਸ਼ ਦੇ ਵਿੱਚ ਹਿੰਦੁਸਤਾਨ ਇਹ 'ਚ ਕੋਈ ਧਾਰਮਿਕ ਗ੍ਰੰਥਾਂ ਦੀ ਕਮੀ ਹੈ ਜਾਂ ਇੱਥੇ ਪ੍ਰਚਾਰਕਾਂ ਦੀ ਕਮੀ ਹੈ ਜਾਂ ਇੱਥੇ ਧਰਮ ਸਥਾਨਾਂ ਦੀ ਕਮੀ ਹੈ? ਬਿਲਕੁਲ ਵੀ ਨਹੀਂ ਹੈ। ਫਿਰ ਇੰਨਾ ਕੁਝ ਹੋਣ ਦੇ ਬਾਵਜੂਦ ਸਾਡੇ ਸਮਾਜ ਦਾ ਜਿਹੜਾ ਸੋਚ ਦਾ ਪੱਧਰ ਹੈ ਉੱਚਾ ਕਿਉਂ ਨਹੀਂ ਉੱਠ ਰਿਹਾ? ਨਫ਼ਰਤ ਨਹੀਂ ਖਤਮ ਹੋ ਰਹੀ, ਦਵੈਸ਼ ਭਾਵਨਾ ਨਹੀਂ ਖਤਮ ਹੋ ਰਹੀ, ਈਰਖਾ ਨਹੀਂ ਖਤਮ ਹੋ ਰਹੀ ਹੈਗੀ। ਕਾਮ, ਕ੍ਰੋਧ, ਲੋਭ, ਮੋਹ, ਅਹੰਕਾਰ ਇਹ ਤਾਂ 7ਵੇਂ ਅਸਮਾਨ ਤੇ ਪਹੁੰਚਿਆ ਪਿਆ। ਇਹ ਘਟਦਾ ਕਿਉਂ ਨਹੀਂ ਪਿਆ? ਖਤਮ ਤਾਂ ਦੂਰ ਹੈ, ਘਟ ਕਿਉਂ ਨਹੀਂ ਰਿਹਾ? ਇਹ ਕਿੰਨੇ ਧਾਰਮਿਕ ਚੈਨਲ ਚੱਲਦੇ ਨੇ, ਸਾਰਾ ਦਿਨ ਕਥਾ ਚੱਲਦੀ ਹੈ, ਸਾਰਾ ਦਿਨ ਗਿਆਨ ਚੱਲਦਾ ਹੈ, ਸਾਰਾ ਦਿਨ A to Z। ਕਿੰਨੀਆਂ ਸੰਸਥਾਵਾਂ ਬਣੀਆਂ ਹੋਈਆਂ ਨੇ, ਕਿੰਨੀਆਂ ਆਰਗੇਨਾਈਜੇਸ਼ਨ ਨੇ, ਰਿਲੀਜੀਅਸ ਆਰਗੇਨਾਈਜੇਸ਼ਨਸ ਜਿਹੜੀਆਂ ਐਡਰੈਸ ਕਰਦੀਆਂ ਨੇ ਆਪਣੇ ਆਪਣੇ ਧਰਮ ਦੇ ਬੰਦਿਆਂ ਨੂੰ, ਕੁਛ ਵੀ ਹੈ। ਫਿਰ ਨਾ ਤਾਂ ਗੁਰੂ ਨਾਨਕ ਦੇਵ ਜੀ ਦਾ ਨਾ ਜੀਵਨ ਥੋੜ੍ਹਾ ਜਿਹਾ ਸਾਹਮਣੇ ਆਇਆ, ਕਿ ਪਹਿਲਾਂ ਪੜ੍ਹਿਆ ਹੋਇਆ ਸੀਗਾ ਤਾਂ ਕੁਛ ਉਹਨਾਂ ਦੇ ਜੀਵਨ ਦੀਆਂ ਕੁਝ ਗੱਲਾਂ ਸਾਹਮਣੇ ਆਈਆਂ। ਜਦੋਂ ਗੁਰੂ ਨਾਨਕ ਦੇਵ ਜੀ ਕਲਯੁਗ ਦੇ ਵਿੱਚ ਮਹਾਰਾਜ ਨੇ ਜਦੋਂ ਪ੍ਰਕਾਸ਼ ਲਿਆ, ਜਨਮ ਲਿਆ, ਉਹ ਜਦ ਚਰਚਾ ਸ਼ੁਰੂ ਹੋਈ ਨਾ ਉਹਨਾਂ ਦੀ, ਉਹ ਆਮ ਮਤਲਬ ਕਿ ਇੱਕ ਬੰਦੇ ਨਾਲ ਚਰਚਾਵਾਂ ਨਹੀਂ ਉਹਨਾਂ ਦੇ ਕਰੀਆਂ ਹੈਗੀਆਂ ਉਹਨਾਂ ਨੇ। ਕਿਉਂਕਿ ਉਹ ਕਹਿੰਦੇ ਸੀ ਜਿਹੜੀ ਉਹਨਾਂ ਦੀ ਮੇਨ ਚਰਚਾਵਾਂ ਹੋਈਆਂ ਨੇ ਉਹ ਜਿਹੜੇ ਧਾਰਮਿਕ ਆਗੂ ਸੀਗੇ, ਉਹਨਾਂ ਦੇ ਜਿਹੜੇ ਲੀਡਰ ਸੀਗੇ, ਉਹਨਾਂ ਨਾਲ ਗੱਲਾਂ ਕਰਦੇ ਸੀਗੇ, ਜਿਹੜੇ ਬਹੁਤ ਗਿਆਨਵਾਨ ਸੀਗੇ, ਸ੍ਰੇਸ਼ਟ ਜਿਹਨੂੰ ਆਪਾਂ ਕਹਿੰਦੇ ਆ, ਸਭ ਤੋਂ ਉੱਚੀ ਪਦਵੀ ਤੇ ਬੈਠੇ, ਜਿਹਨੂੰ ਲੋਕੀ ਫੋਲੋ ਕਰਦੇ ਸੀਗੇ। ਸਿੱਧਾਂ ਨਾਲ ਚਰਚਾ ਹੋਈ ਮਹਾਰਾਜ ਦੀ, ਨਾਥਾਂ ਨਾਲ, ਜੋਗੀਆਂ ਨਾਲ, ਪੰਡਤਾਂ ਨਾਲ, ਤੇ ਆਪਣੇ ਕਾਜ਼ੀ, ਮੁੱਲਾ, ਰਾਜੇ, ਰਾਣਿਆਂ ਨਾਲ, ਸਭ ਨਾਲ ਮਹਾਰਾਜ ਦੀ ਚਰਚਾਵਾਂ ਹੋਈਆਂ। ਤੇ ਜਿਹੜੇ ਜਿਹੜੇ ਕੰਮਾਂ 'ਚ ਉਹ ਲੱਗੇ ਹੁੰਦੇ ਸੀ, ਜਾਂ ਜਿਹੜੇ ਕੰਮ ਕੁਦਰਤ ਤੋਂ ਉਲਟ ਸੀਗੇ ਜਾਂ ਜਿਹੜੇ ਗਲਤ ਸੀਗੇ, ਫਿਰ ਗੁਰੂ ਨਾਨਕ ਦੇਵ ਜੀ ਨੇ ਪ੍ਰਮਾਣ ਦੇ ਕੇ ਉਹਨਾਂ ਨੂੰ ਇਹ ਠੀਕ ਕਰਾਏ। ਕਿਉਂਕਿ ਦੇਖੋ, ਇੱਕ ਬੰਦੇ ਨੂੰ 50,000 ਬੰਦਾ ਫੋਲੋ ਕਰਦਾ ਪਿਆ, ਠੀਕ ਹੈ, ਇੱਕ ਲੀਡਰ ਨੂੰ 50,000 ਬੰਦਾ ਫੋਲੋ ਕਰਦਾ ਪਿਆ। ਜੇ ਉਹ ਲੀਡਰ ਹੈ ਜਿਹੜਾ, ਜੇ ਉਹੀ ਗਲਤ ਰਸਤੇ ਤੇ ਹੈ, ਉਹਦੀ ਸੋਚ ਹੀ ਗਲਤ ਹੈ, ਉਹ 50,000 ਬੰਦੇ ਨੂੰ ਸਹੀ ਰਾਹ ਕਿਵੇਂ ਪਾ ਦੂਗਾ? ਉਹਨੇ ਐਡਰੈਸ ਆਪਣੇ ਨੈਵੀਗੇਸ਼ਨ 'ਚ ਗਲਤ ਭਰਿਆ ਹੋਇਆ, ਤਾਂ ਪਿੱਛੇ ਜਿਹੜਾ ਕਾਫਲਾ ਆਉਣਾ ਉਹ ਵੀ ਤਾਂ ਗਲਤ ਰਸਤੇ ਹੀ ਜਾਊਗਾ। ਗੁਰੂ ਨਾਨਕ ਦੇਵ ਜੀ ਨੇ ਫਿਰ ਇਹਨਾਂ ਸਰਮੌਰ ਸ਼ਕਤੀਆਂ ਨਾਲ, ਜਿਹੜੇ ਉੱਚ ਪਦਵੀ ਤੇ ਬੈਠੇ ਸੀਗੇ, ਇਹਨਾਂ ਨਾਲ ਚਰਚਾ ਕਰਕੇ ਇਹਨਾਂ ਨੂੰ ਸਮਝਾਇਆ, ਇਹਨਾਂ ਦੇ ਵਿਚਾਰ ਬਦਲੇ, ਇਹਨਾਂ ਨੂੰ ਸਹੀ ਰਸਤੇ ਪਾਇਆ, ਤਾਂ ਜੋ ਇਹ ਇੱਕ 50,000 ਨੂੰ ਬਦਲ ਰਿਹਾ ਹੈ ਤਾਂ ਸਮਾਜ ਤਾਂ ਚੇਂਜ ਹੁੰਦੇ ਨੂੰ ਦਿਨ ਲੱਗਣੇ ਨੇ। ਫਿਰ ਇੱਕ ਹੋਰ ਚੀਜ਼, ਗੁਰੂ ਨਾਨਕ ਦੇਵ ਜੀ ਦਾ ਮੇਨ ਮਕਸਦ ਸੀਗਾ ਮਨੁੱਖਤਾ ਦੀ ਭਲਾਈ। ਕਿਉਂਕਿ ਹਰ ਧਰਮ ਦਾ ਬੰਦਾ ਉਹਨਾਂ ਕੋਲ ਆਇਆ, ਹਰ ਧਰਮ ਦਾ ਬੰਦਾ ਉਹਨੂੰ ਕਹਿੰਦਾ ਸੀ ਤੁਸੀਂ ਸਾਡੇ ਧਰਮ 'ਚ ਆਓ, ਸਾਡਾ ਮੱਠ ਜੁਆਇਨ ਕਰੋ, ਇਹਨੂੰ ਅੱਗੇ ਆਪਾਂ ਚਲਾਈਏ। ਤੇ ਗੁਰੂ ਨਾਨਕ ਦੇਵ ਜੀ ਨੇ ਇੱਕ ਕਿਹਾ ਸੀ ਗੱਲ, ਸਰਬ ਧਰਮ ਮੈਂ ਸ੍ਰੇਸ਼ਟ ਧਰਮ, ਹਰ ਕੋ ਨਾਮ ਜਪ ਨਿਰਮਲ ਕਰਮ। ਸੁਖਮਨੀ ਸਾਹਿਬ ਦੇ ਵਿੱਚ ਗੁਰੂ ਅਰਜਨ ਦੇਵ ਜੀ, ਸਰਬ ਧਰਮ ਮੈਂ ਸ੍ਰੇਸ਼ਟ ਧਰਮ, ਸਾਰੇ ਧਰਮਾਂ ਤੋਂ ਸਭ ਤੋਂ ਸ੍ਰੇਸ਼ਟ ਧਰਮ ਉਹਦਾ ਹੈ ਜੋ ਪਰਮਾਤਮਾ ਦਾ ਸਿਮਰਨ ਕਰਦਾ ਤੇ ਨਿਰਮਲ ਕਰਮ ਕਰਦਾ। ਨਿਰਮਲ ਕਰਮ ਆਪਣੇ ਹਿਸਾਬ ਨਾਲ ਜਿਵੇਂ ਅਰਥ ਲੱਗਦੇ ਨੇ ਬੰਦਾ ਉੱਦਾਂ ਕਰ ਲਵੇ। ਮੈਂ ਤਾਂ ਇੰਨੀ ਕੁ ਜਿਹੀ ਗੱਲ ਕਹਿਣਾ, ਨਿਰਮਲ ਕਰਮ ਉਹ ਨੇ ਜਿਹੜੇ ਪ੍ਰਮਾਤਮਾ ਦੀ ਰਜ਼ਾ 'ਚ ਰਹਿ ਕੇ ਕਰੇ ਜਾਂਦੇ ਨੇ। ਉਹ ਤੇ ਕਿੰਤੂ ਪਰੰਤੂ ਕਰਕੇ ਨਹੀਂ, ਉਹਦੇ ਅਗੇਂਸਟ ਨਹੀਂ ਚੱਲਦੇ ਹੈਗੇ। ਇਹ ਧਰਮ ਨੂੰ ਤੁਸੀਂ ਅੱਜ ਦੇ ਧਰਮਾਂ ਨਾਲ ਨਾ ਜੋੜਿਓ। ਇਹ ਉਹ ਧਰਮ ਜੋ ਕਹਿੰਦੇ ਕਿ ਬੰਦੇ ਦਾ ਧਰਮ ਹੈ ਕਿਰਤ ਕਰਨੀ, ਮਿਹਨਤ ਕਰਕੇ 10 ਨੌਹਾਂ ਦੀ ਕਮਾਈ ਕਰਨੀ, ਕਿੰਤੂ ਕਹਿੰਦੇ ਆ ਓਨੈਸਟ ਅਰਨਿੰਗ। ਇਹ ਧਰਮ ਹੈ, ਇਹ ਵੀ ਇੱਕ ਧਰਮ ਹੈ। ਜਨਾਨੀ ਦਾ ਧਰਮ ਕੀ ਹੈ? ਗ੍ਰਹਿਸਥ ਸੰਭਾਲਣੀ, ਘਰੇ ਰੋਟੀ ਪਾਣੀ ਤਿਆਰ ਦੇਣਾ, ਟਾਈਮ ਨਾਲ ਖਾਣਾ ਪੀਣਾ, ਬੱਚਿਆਂ ਦੀ ਲੁੱਕ ਆਫਟਰ ਕਰਨੀ, ਉਹ ਧਰਮ ਹੈ। ਇੱਦਾਂ ਹੀ ਅਸਲੀ ਧਰਮ ਬੰਦੇ ਦਾ ਇਹ ਹੈ ਪਰਮਾਤਮਾ ਦਾ ਸਿਮਰਨ ਕਰਨਾ, ਚੰਗੇ ਕਰਮ ਕਰਨੇ। ਹੁਣ ਤੁਸੀਂ ਇਹ ਦੇਖੋ, ਜਿਹੜਾ ਬੰਦਾ ਜਾਂ ਜਿਹੜਾ ਆਗੂ, ਕੋਈ ਵੀ ਲੀਡਰ ਹੈ, ਜਦੋਂ ਕਿਸੇ ਲਈ ਬੁਰਾ ਸੋਚਦਾ ਹੈ ਫਿਰ ਉਹ ਚੰਗਾ ਕਿਵੇਂ ਹੋ ਸਕਦਾ ਹੈ? ਹੋ ਸਕਦਾ ਚੰਗਾ ਜਦੋਂ ਕਿਸੇ ਲਈ ਬੁਰਾ, ਕਿਸੇ ਲਈ ਵੀ ਉਹ ਹੋਵੇ, ਕਿਸੇ ਦਾ ਵੀ ਹੋਵੇ ਉਹ ਆਗੂ, ਜਦੋਂ ਕਿਸੇ ਲਈ ਬੁਰਾ ਸੋਚਦਾ ਫਿਰ ਉਹ ਚੰਗਾ ਕਿਵੇਂ ਹੋਇਆ? ਫਿਰ ਤੁਸੀਂ ਇੱਕ ਚੀਜ਼ ਦੇਖੋ,
ਜਿਹੜੇ ਇੰਨੀ ਚੀਜ਼ਾਂ ਵੱਧ ਰਹੀਆਂ, ਕਤਲੋਗਾਰਤ ਲੋਅਰ ਲੈਵਲ ਦੇ ਵਿੱਚ, ਆਮ ਸਮਾਜ ਦੇ ਵਿੱਚ ਜਿਹੜਾ ਨਫ਼ਰਤ ਵੱਧ ਰਹੀ ਹੈ, ਜਾਂ ਠੱਗੀਆਂ, ਚੋਰੀਆਂ, ਕਬਜ਼ਦਾਰੀਆਂ ਵੱਧ ਰਹੀਆਂ ਨੇ, ਜਾਂ ਰੇਪ ਵੱਧ ਰਹੇ ਨੇ, ਇੰਨਾ ਅਤਿਆਚਾਰ ਵੱਧਦਾ ਪਿਆ ਹੈ, ਇਹ ਕਿਉਂ ਵੱਧਦਾ ਪਿਆ ਹੈ? ਕਿਉਂਕਿ ਜਦ ਆਪਾਂ ਥੱਲੇ ਵਾਲੇ ਬੰਦਿਆਂ ਨਾਲ ਗੱਲ ਕਰਦੇ ਨੇ ਨਾ, ਉਹ ਕਹਿੰਦੇ ਯਾਰ ਇਹਨਾਂ ਨੂੰ ਤਾਂ ਕੋਈ ਫਰਕ ਨਹੀਂ ਪੈਂਦਾ, ਜਿਹੜੇ ਧਾਰਮਿਕ ਆਗੂ ਨੇ ਜਾਂ ਸਿਆਸਤਦਾਨ ਨੇ ਇਹ ਕਿਹੜੇ ਥੋੜੀ ਕਰਦੇ ਨੇ, ਇਹ ਗੋਲਕਾਂ ਵੀ ਖਾ ਜਾਂਦੇ ਨੇ, ਇੰਨਾ ਕਰੋੜਾਂ ਰੁਪਇਆ ਬਣਾ ਲਿਆ ਇਹਨਾਂ ਨੇ ਧਰਮ ਦੇ ਨਾਂ 'ਤੇ, ਸਾਨੂੰ ਕੀ ਫਰਕ ਪੈਂਦਾ ਫਿਰ ਚੋਰੀਆਂ ਕਰ ਲਈਏ ਅਸੀਂ। ਗੱਲ ਵੀ ਠੀਕ ਆ ਉਹਨਾਂ ਦੀ, ਫਿਰ ਉਹ ਕਹਿੰਦੇ ਸਾਨੂੰ ਕੀ ਫਰਕ ਪੈਂਦਾ, ਜਦੋਂ ਉਹ ਇੰਨਾ ਕੁਛ ਕਰਦੇ ਉਹਨਾਂ ਨੂੰ ਕੋਈ ਫਰਕ ਨਹੀਂ ਪੈਂਦਾ ਹੈਗਾ। ਤੇ ਤੁਸੀਂ ਇਹ ਦੇਖੋ ਇੱਥੋਂ ਸੇਧ ਕੀ ਮਿਲ ਰਹੀ ਹੈ, ਨੀਚੇ ਗਲਤ ਸੁਨੇਹਾ ਜਾ ਰਿਹਾ ਨਾ, ਗਲਤ ਪ੍ਰਭਾਵ ਪੈ ਰਿਹਾ ਨਾ। ਇਹ ਨਹੀਂ ਚਾਹੀਦਾ ਸੀਗਾ, ਇਹ ਨਹੀਂ ਚਾਹੀਦਾ ਸੀਗਾ। ਥੱਲੇ ਵਾਲੇ ਬੰਦੇ ਨੂੰ ਜ਼ੋਰ ਲਾਈ ਜਾਂਦੇ ਆ, ਤੂੰ ਨਾਮ ਜਪ, ਤੂੰ ਠੀਕ ਹੋ, ਤੂੰ ਆਦਤਾਂ ਬਦਲ, ਤੂੰ ਆਦਤਾਂ ਬਦਲ। ਇਹਨੂੰ ਤਾਂ ਕੋਈ ਕਹਿ ਹੀ ਨਹੀਂ ਰਿਹਾ, ਇਹਨੂੰ ਤਾਂ ਕੋਈ ਕਹਿ ਹੀ ਨਹੀਂ ਰਿਹਾ। ਉਹ ਥੱਲੇ ਜ਼ੋਰ ਲਾਈ ਜਾਂਦੇ ਨੇ, ਉਹ ਸੁਣਦੇ ਕਿਸੇ ਦੀ, ਉਹ ਕਹਿੰਦੇ ਜਿਹੜਾ ਇਹ ਕਹੂਗਾ ਉਹ ਠੀਕ ਹੈ ਬਸ। ਹੁਣ ਜੇ ਇਹ ਬੰਦਾ ਇੱਕ ਵਾਰੀ ਆਗੂ ਇਹ ਕਹਿ ਦੇਵੇ ਨਹੀਂ ਅੱਜ ਤੋਂ ਬਾਅਦ ਇਹ ਨਹੀਂ ਕਰਨਾ, ਇੱਦਾਂ ਕਰਨਾ, ਮੈਂ ਵੀ ਇੱਦਾਂ ਹੀ ਕਰ ਰਿਹਾ, ਤੇ ਉਹ 50,000 ਬੰਦਾ ਦਿਨਾਂ 'ਚ ਬਦਲਿਆ ਜਾਊਗਾ ਕਿ ਨਹੀਂ? ਫਿਰ ਸਾਨੂੰ ਜ਼ੋਰ ਕਿਤੇ ਲਾਉਣਾ ਚਾਹੀਦਾ। ਸਮਝ ਆ ਰਹੀ ਹੈ ਗੱਲ? ਹੁਣ ਜ਼ੋਰ ਕਿਤੇ ਲਾਉਣਾ। ਲੋਕੀ ਕਹਿੰਦੇ ਜੀ ਬਾਹਰ ਦੇਖੋ ਕਿੰਨਾ ਵਧੀਆ, ਬਾਹਰ ਫੋਰਨ ਦੇ ਵਿੱਚ ਕੋਈ ਚੋਰੀਆਂ ਨਹੀਂ ਕਰਦਾ, ਠੱਗੀਆਂ ਨਹੀਂ ਹੈਗੀਆਂ, ਉੱਥੇ ਕੋਈ ਕਿਸੇ ਨੂੰ ਗਲਤ ਨਹੀਂ ਈਰਖਾ ਰੱਖਦਾ, ਉਹ ਕਿਸੇ ਲਈ ਗਲਤ ਸੋਚਦੇ ਹੀ ਨਹੀਂ। ਉਹ ਉੱਥੇ ਕਿਹੜੇ ਬਾਹਰ ਧਰਮ ਹੈਗਾ, ਉੱਥੇ ਉਹ ਕਿਹੜੇ ਰੱਬ ਨੂੰ ਮੰਨਦੇ ਨੇ? ਉਹ ਜਿੰਨਾ ਰੱਬ ਨੇ ਕੰਮ ਕਰਨ ਨੂੰ ਕਿਹਾ ਉਹ ਤਾਂ ਉਹੀ ਕਰ ਰਹੇ ਨੇ, ਅਸੀਂ ਤਾਂ ਉਹ ਤੋਂ ਉਲਟ ਕਰ ਰਹੇ ਨੇ। ਉਹ ਜਿਹੜਾ ਕਿਹਾ ਹੋਇਆ ਪਹਿਲਾਂ ਹੀ ਆਲਰੇਡੀ ਉਹ ਉੱਦਾਂ ਕਰ ਰਹੇ ਨੇ, ਅਸੀਂ ਉਹ ਤੋਂ ਉਲਟ ਕਰ ਰਹੇ ਨੇ, ਤੇ ਅਸੀਂ ਰੀਸਾਂ ਉਹਨਾਂ ਦੀ ਕਿੱਥੋਂ ਕਰ ਲਾਂਗੇ? ਜਦ ਨਾ ਤੁਹਾਨੂੰ ਕਦੇ ਡਾਕਟਰ ਨਾਲ ਬੈਠੋਗੇ ਨਾ, ਡਾਕਟਰ ਨੂੰ ਪੁੱਛਿਓ ਵੀ ਜਿਹਨੂੰ ਹਾਰਟ ਦੀ ਪ੍ਰੋਬਲਮ ਹੋਵੇ, ਤੇ ਹਾਰਟ ਦੀ ਪ੍ਰੋਬਲਮ ਹੈ ਜੇ ਉਹਨੂੰ, ਉਹ ਬੰਦਾ ਸਿਗਰਟਾਂ ਵੀ ਪੀਂਦਾ, ਸ਼ਰਾਬ ਵੀ ਪੀਂਦਾ, ਤੇ ਮਾਂਸ ਵਗੈਰਾ ਇਹ ਚੀਜ਼ਾਂ ਖਾਂਦਾ ਹੈ ਸਾਰੀਆਂ, ਜਾਂ ਹੋਰ ਕੋਈ ਕਿਸੇ ਵੀ ਤਰ੍ਹਾਂ ਦੇ ਪਦਾਰਥ ਉਹ ਲੈਂਦਾ ਹੈ ਜਿਹਦਾ ਕੋਲੈਸਟਰੋਲ ਵੱਧਦੇ ਹੋਣ ਜਾਂ ਕੁਛ ਵੀ, ਤੇ ਜੇ ਡਾਕਟਰ ਨੂੰ ਕਹਿੰਦਾ ਵੀ ਇਹਨਾਂ ਨੂੰ ਬੰਦ ਕਰ ਦੇ ਸਾਰੀਆਂ ਨੂੰ, ਤੇ ਉਹ ਕਹਿੰਦਾ ਜੀ ਮੈਂ ਇੱਕ ਚੀਜ਼ ਘਟਾ ਦਿੰਦਾ, ਮੈਂ ਬੰਦ ਨਹੀਂ ਕਰ ਸਕਦਾ। ਫਿਰ ਉਹਨੂੰ ਇੱਕ ਐਗਜ਼ਾਮਪਲ ਦਿੰਦੇ ਆ, ਇੱਕ ਨਾ ਬਾਕਸ ਲੈ ਕੇ ਸੁਰਾਖ ਕਰ ਦਿਓ ਉਹਦੇ ਵਿੱਚ 20 ਸੁਰਾਖ ਨੇ, 15 ਬੰਦ ਕਰ ਤੇ 5 ਖੁੱਲੇ ਨੇ। ਉਹ 5 ਚੋਂ ਤਾਂ ਫਿਰ ਵੀ ਹਵਾ ਨਿਕਲਦੀ ਹੋ ਪਈ ਹੈ, ਹੁਣ ਨਿਕਲਦੀ ਪਈ ਹੈ ਨਾ। ਤੇ ਇੱਦਾਂ ਹਾਰਟ ਅਟੈਕ ਵਾਲੇ ਨੂੰ ਆ, ਜਦ ਤੱਕ ਉਹ ਸਾਰੀਆਂ ਚੀਜ਼ਾਂ ਬੰਦ ਨਹੀਂ ਕਰਦਾ ਪਿਆ ਉਦੋਂ ਤੱਕ ਉਹ ਠੀਕ ਹੋਣ ਦੇ ਕੋਈ ਚਾਂਸ ਨਹੀਂ ਹੈਗੇ ਉਹਦੇ। ਉਹ ਜਿੰਨੇ ਮਰਜ਼ੀ ਪਰਹੇਜ਼ ਰੱਖੀ ਜਾਵੇ, ਉਹ ਸਾਰਾ ਕੁਝ ਬੰਦ ਕਰਨਾ ਤਾਂ ਬੰਦ ਹੀ ਕਰਨਾ। ਇੱਦਾਂ ਹੀ ਸਾਨੂੰ ਚਾਹੀਦਾ ਸੀ, ਜਿਹੜੇ ਸਾਡੇ ਆਗੂ ਨੇ ਉਹਨਾਂ ਨੂੰ ਅਸਲ 'ਚ ਸੋਚ ਐਡੀ ਸਾਫ਼ ਸੁਥਰੀ ਚਾਹੀਦੀ ਸੀ। ਔਰ ਉੱਥੇ ਤਾਂ ਗਲਤੀਆਂ ਦਾ ਕੋਈ ਉਹ ਹੀ ਨਹੀਂ ਚਾਹੀਦਾ ਸੀਗਾ ਵੀ ਇੱਥੇ ਕੋਈ ਗੁੰਜਾਇਸ਼। ਇਹ ਤਾਂ ਬਿਲਕੁਲ ਖਾਲਸ ਚਾਹੀਦਾ ਸੀਗਾ ਕੰਮ, ਤਾਂ ਕਿ ਜੋ ਥੱਲੇ ਜੋ ਉਦਾਹਰਣ ਜਾਵੇ ਉਹ ਬਿਲਕੁਲ ਖਾਲਸ ਤੇ ਪਿਓਰ ਜਾਵੇ। ਇੱਕ ਤਾਂ ਪਹਿਲਾਂ ਹੀ ਕਰਪਟ ਹੈ ਮਨ ਤੋਂ, ਉਹਦਾ ਪ੍ਰਭਾਵ ਥੱਲੇ ਕਿੰਨਾ ਕੁ ਜਾਣਾ, ਕਿੰਨਾ ਕੁ ਉਹਦਾ ਗੁੱਡ ਰਿਲੇਸ਼ਨ ਰਹਿਣਾ ਥੱਲੇ ਵਾਲਿਆਂ ਨਾਲ। ਦੇਖੋ ਤੁਸੀਂ ਸਮਝੋ ਇਸ ਗੱਲ ਨੂੰ, ਤੁਸੀਂ ਥੱਲੇ ਵਾਲੇ ਤੇ ਹੀ ਨਾ ਜ਼ੋਰ ਪਾਈ ਜਾਓ, ਜ਼ੋਰ ਉੱਪਰਲਿਆਂ ਤੇ ਪਾਓ। ਥੱਲੇ ਵਾਲਿਆਂ ਤਾਂ ਆਪਣੇ ਆਪ ਠੀਕ ਹੋ ਜਾਣਾ, ਦਿਨਾਂ 'ਚ ਠੀਕ ਹੋ ਜਾਣਾ, ਦਿਨਾਂ ਦੇ ਵਿੱਚ। ਆਰਡਰਸ ਤਾਂ ਉੱਪਰ ਹੀ ਹੁੰਦੇ ਆ, ਜ਼ੋਰ ਹੋਏ ਸੋ ਜ਼ੁਲਮ ਕਰ। ਜ਼ੋਰ ਤਾਂ ਉੱਪਰੋਂ ਹੀ ਪੈਣਾ, ਜ਼ੁਲਮ ਵੀ ਉੱਪਰੋਂ ਹੀ ਹੁੰਦਾ। ਜਵਾਬ ਲੈ ਖੁਦਾਏ, ਤੇ ਜਵਾਬ ਦੇਖੋ। ਇਹ ਮੈਂ ਆਗੂ ਨਾਲ ਗੱਲ ਕਰਦਾ, ਭਰਾਵਾ ਵੀਰਾ, ਜਿਹੜਾ ਤੂੰ ਆਗੂ ਬਣਿਆ ਹੋਇਆ ਕਿਸੇ ਵੀ ਧਰਮ ਦਾ ਹੈ, ਕਿਸੇ ਵੀ ਰਿਲੇਸ਼ਨ ਦਾ ਤੂੰ ਬੰਦਾ ਹੈ, ਪਾਰਟੀ ਦਾ, ਤੇਰੇ ਜੇ ਇੱਕ ਹੁਕਮ ਦੇ ਨਾਲ ਇੰਨੇ ਬੰਦਿਆਂ ਦੇ ਉੱਤੇ ਪ੍ਰਭਾਵ ਪੈ ਰਿਹਾ, ਤਾਂ ਕੋਸ਼ਿਸ਼ ਕਰ ਵੀ ਜੋ ਤੂੰ ਮੂੰਹ 'ਚੋਂ ਬੋਲਣਾ ਨਾ, ਉਹਨੂੰ 1000 ਵਾਰ ਸੋਚ ਵੀ ਮੇਰੇ ਬੋਲਣ ਨਾਲ ਮੇਰਾ ਜਿਹੜਾ ਪ੍ਰਭਾਵ ਪੈਣਾ ਲੋਕਾਂ ਦੇ ਉੱਤੇ ਉਹ ਸਹੀ ਪੈਣਾ ਚਾਹੀਦਾ ਹੈ, ਗਲਤ ਨਹੀਂ ਹੋਣਾ ਚਾਹੀਦਾ, ਨਾ ਭੜਕਾਊ ਹੋਣਾ ਚਾਹੀਦਾ। ਜੇ ਇਹ ਤੇਰੇ ਇੱਕ ਬੋਲ ਨਾਲੇ ਭੜਕ ਗਏ, ਇਹਦਾ ਮਤਲਬ ਉਹ ਲੇਖਾ ਤੈਨੂੰ ਦੇਣਾ ਪੈਣਾ। ਜਵਾਬ ਲੈ ਖੁਦਾਏ, ਇਹਨੂੰ ਗੱਲ ਨੂੰ ਸਮਝੋ ਤੁਸੀਂ, ਇਹਨੂੰ ਬਿਲਕੁਲ ਵੀ ਹਲਕੇ 'ਚ ਨਾ ਲਓ। ਸਾਨੂੰ ਕੁਛ ਨਹੀਂ ਕਿਸੇ ਨੇ ਕਹਿਣਾ, ਰੱਬ ਤਾਂ ਸਭ ਤੋਂ ਵੱਡਾ ਨਿਆਏਦਾਰ ਹੈ, ਸੱਚਾ ਆਪ, ਸੱਚਾ ਦਰਬਾਰ। ਕਹਿੰਦੇ ਕਰਮੀ ਕਰਮੀ ਹੋਏ ਵਿਚਾਰ, ਸੱਚਾ ਆਪ ਹੋ, ਸੱਚਾ ਹੀ ਉਹਦਾ ਦਰਬਾਰ ਹੈ, ਉੱਥੇ ਤਾਂ ਕੋਈ ਚੱਲਣਾ ਹੀ ਕੁਛ ਨਹੀਂ ਹੈਗਾ। ਸੋ ਥੱਲੇ ਵਾਲੇ ਮੇਰੇ ਲੈਵਲ ਦੇ ਨੇ, ਜੋ ਬਿਲਕੁਲ ਲੋਅਰ, ਜਿਨ੍ਹਾਂ ਦੀ ਕਿਤੇ ਕੋਈ ਪਹੁੰਚ ਨਹੀਂ ਹੈਗੀ, ਕੁਛ ਨਹੀਂ ਹੈਗਾ, ਜਿਹਨੂੰ ਤੁਸੀਂ ਮੰਨਦੇ ਹੋ, ਜਿਹਨੂੰ ਤੁਸੀਂ ਸੁਣਦੇ ਹੋ, ਬੈਟਰ ਇਹ ਦੇਖੋ ਵੀ ਉਹ ਜੋ ਗੱਲ ਕਹਿ ਰਹੇ ਨੇ ਉਹ ਪਰਮਾਤਮਾ ਦੀ ਕਸੌਟੀ ਤੇ ਖਰੀ ਉਤਰਦੀ ਹੈ ਗੱਲ। ਉਹ ਜੇ ਨਹੀਂ ਉਤਰਦੀ ਉਹਨੂੰ ਪੁੱਛੋ,
ਭਾਈ ਤੇਰੇ ਫੋਲੋਅਰਸ ਐ, ਤੈਨੂੰ ਮੰਨਦੇ ਐ, ਤੇਰੀ ਗੱਲ ਸੁਣਦੇ ਐ, ਤੇ ਸਾਨੂੰ ਤਾਂ ਇਹ ਗੱਲ ਨਹੀਂ ਜੱਚਦੀ, ਜਾਂ ਤਾਂ ਸਾਨੂੰ ਇਹਨੂੰ ਕਲੀਅਰ ਕਰ, ਸਾਨੂੰ ਨਿਰੁੱਤਰ ਕਰ ਵੀ ਹਾਂ ਵੀ ਸੈਟੀਸਫਾਈਡ ਆਨਸਰ ਮਿਲੇ ਸਾਨੂੰ, ਤਾਂ ਜੋ ਅਸੀਂ ਅੱਗੇ ਵੱਧ ਸਕੀਏ। ਨਹੀਂ ਤਾਂ ਬਿਲਕੁਲ ਬੰਦ ਕਰ ਦਿਓ ਫੋਲੋ ਕਰਨਾ। ਆਪ ਤਾਂ ਉਹਨੇ ਡੁੱਬਣਾ ਹੈ, ਤੁਹਾਨੂੰ ਨਾਲ ਲੈ ਕੇ ਡੁੱਬਣਾ ਹੈ। ਫਿਰ ਕੀ ਕਰੋਗੇ? ਦਿਨਸ ਰਹਿਣ ਗਵਾਈ ਸੋਏ ਕਹਿ, ਦਿਵਸ ਗਵਾਇਆ ਖਾਏ, ਹੀਰੇ ਜੈਸਾ ਜਨਮ ਹੈ ਕੌਡੀ ਬਦਲੇ ਜਾਏ। ਗੁਰੂ ਗ੍ਰੰਥ ਸਾਹਿਬ ਮਹਾਰਾਜ ਕਹਿੰਦੇ ਆ, ਰਾਤ ਸੌਂ ਕੇ ਕੱਢਤੀ, ਦਿਨ ਖਾ ਪੀ ਕੇ ਕੱਢਤਾ, ਹੀਰੇ ਵਰਗਾ ਜਨਮ ਮਿਲਿਆ ਸੀਗਾ, ਕੌਡੀਆਂ ਦੇ ਬਦਲੇ ਭੇਜਤਾ। ਹੁਣ ਕੋਹਿਨੂਰ ਇੰਗਲੈਂਡ ਦੀ ਕੁਈਨ ਦੇ ਕੋਲ ਪਿਆ ਨਾ, ਕਿੰਨਾ ਕੀਮਤੀ ਹੈ, ਇੱਕ ਪੂਰੇ ਮੁਲਕ ਦੇ ਖਜ਼ਾਨੇ ਤੋਂ ਵੀ ਵੱਧ ਕੀਮਤੀ ਆ ਉਹ, ਤੁਸੀਂ ਇਹ ਦੇਖੋ। ਤੇ ਜੇ ਉਹ ਕੌਡੀਆਂ ਦੇ ਬਦਲੇ ਦੇ ਦੇਵੇ, 5 ਰੁਪਈਆਂ ਦੇ ਬਦਲੇ ਦੇ ਦੇ, ਉਹਨੂੰ ਕੋਈ ਸਿਆਣੀ ਕਹੂਗਾ? ਕੋਈ ਵੀ ਨਹੀਂ ਕਹੂ। ਉਹ ਤੋਂ ਵੀ ਕੀਮਤੀ ਸਰੀਰ ਹੈ ਸਾਡਾ, ਉਹ ਹੀਰੇ ਤੋਂ ਵੀ ਕੀਮਤੀ ਹੈ ਸਰੀਰ। ਦੇਖੋ ਤੁਸੀਂ, ਚਲੋ ਉਹ ਵੀ ਛੱਡੋ। ਅੱਜ ਤੁਸੀਂ ਨਾ ਕਿਸੇ ਨਾਲ ਮਿੱਥ ਲਓ ਵੀ ਯਾਰ ਆਹ ਲੈ ਫੜ 50 ਕਰੋੜ ਰੁਪਈਆ, ਤੇ ਮੈਨੂੰ ਪਿਛਲਾ ਹਫਤੇ ਤੋਂ ਮੈਨੂੰ ਵਾਪਸ ਮੇਰੀ ਜ਼ਿੰਦਗੀ ਦਵਾ ਦੇ। ਉਹ ਕਹਿੰਦਾ ਪਾਗਲ ਹੋ ਗਿਆ ਤੂੰ, ਇਹ ਹੋ ਸਕਦਾ ਕਦੇ? ਜਿਹੜਾ ਦਿਨ ਲੰਘ ਗਿਆ ਮੁੜ ਕੇ ਨਹੀਂ ਆਉਣਾ, ਜਿਹੜਾ ਆ ਰਹੇ ਨੇ ਉਹ ਨੇੜੇ ਨੇ, ਜਿਹੜੀ ਉਮਰ ਲੰਘ ਗਈ ਉਹਨਾਂ ਚੋਂ ਇੱਕ ਪਲ ਵੀ ਮੁੜ ਕੇ ਨਹੀਂ ਆਉਣਾ, ਜਿਹੜੇ ਅੱਗੇ ਰਹਿ ਗਿਆ ਉਹ ਦੌੜਿਆ ਆ ਰਿਹਾ। ਫਿਰ ਕੀ ਕਰੂੰਗੇ? ਕਾਲ ਤਾਂ ਅੱਗੇ ਖੜਾ ਹੀ ਹੈ, ਅਸੀਂ ਨੇੜੇ 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 ਜਾ ਰਹੇ ਹਾਂ, ਮੰਜ਼ਿਲ ਤੇ ਨਹੀਂ ਆਪਾਂ ਜਾਂਦੇ, ਪਿੱਛੇ ਵਾਲਾ ਛੁੱਟੀ ਜਾਂਦਾ, ਅੱਗੇ ਨੇੜਾ ਆ ਰਿਹਾ। ਫਿਰ ਕੀ ਕਰੂੰਗੇ? ਕਾਲ ਆ ਗਿਆ, ਫਿਰ ਜੇ ਕਾਲ ਆਊਗਾ ਫਿਰ ਕੀ ਕਰਨਗੇ? ਕਿਸੇ ਨੇ ਨਹੀਂ ਬਚਾਉਣ ਆਉਣਾ, ਫਿਰ ਸਿਰਫ ਪਰਮਾਤਮਾ ਤੋਂ ਸਿਵਾਏ। ਪਰਮਾਤਮਾ ਤੇ ਉਂਗਲਾਂ ਨਾਲ ਖੜੀਆਂ ਕਰਿਆ ਕਰੋ, ਉਹਦੀ ਖੇਡ ਕੋਈ ਨਹੀਂ ਸਮਝ ਸਕਦਾ, ਉਹ ਬੇਅੰਤ ਹੈ, ਉਹ ਬੇਅੰਤ ਸੀ, ਹੈ ਤੇ ਰਹੂਗਾ। ਦੁਨੀਆ ਤੋਂ ਬੰਦ ਕਰਤਾ ਨਾ ਉਹਨੇ, ਕਬਜ਼ਾ ਦਿਖਾਤਾ ਨਾ ਵੀ ਮੇਰੀ ਸਾਰੀ ਦੁਨੀਆ ਦੇ ਉੱਤੇ ਕਬਜ਼ਾ ਮੇਰਾ। ਆਸਤਕਾਂ ਦੇ ਵੀ ਗੱਲ ਪੱਲੇ ਪਾਤੀ, ਨਾਸਤਕਾਂ ਦੇ ਵੀ ਪਾਤੀ ਪੱਲੇ ਗੱਲ। ਸ਼ਰਨ ਦੇ ਵਿੱਚ ਜਾਣਾ ਬਿਹਤਰ ਹੈ ਕਿੰਤੂ ਪਰੰਤੂ ਕਰਨ ਨਾਲੋਂ। ਦੇਖੋ ਵਿਚਾਰਾਂ ਤਾਂ ਬਹੁਤ ਘੰਟਿਆਂ ਦੀਆਂ ਨੇ, ਤਾਂ ਚਲੋ ਵੀਡੀਓ 5 7 10 ਮਿੰਟ ਦੀ ਹੁੰਦੀ ਹੈ, ਇਹਦੇ ਵਿੱਚ ਕਿੰਨਾ ਕੁ ਮੈਂ ਮੈਟਰ ਬੋਲ ਸਕਦਾ। ਬੇਨਤੀ ਇਹੀ ਹੈ, ਪਲੀਜ਼ ਧਾਰਮਿਕ ਆਗੂਆਂ ਦੇ ਜੋ ਕਹਿ ਰਹੇ ਗੱਲਾਂ ਬਹੁਤ ਉਹਨੂੰ ਧਿਆਨ ਨਾਲ ਲਿਆ ਕਰੋ ਵੀ ਇਹ ਠੀਕ ਹੈ ਜਾਂ ਗਲਤ ਹੈ, ਕਿਉਂਕਿ ਇਹ ਠੀਕ ਨੇ ਤਾਂ ਹੀ ਸਾਰਾ ਸਮਾਜ ਠੀਕ ਹੋਊਗਾ। ਜੇ ਇਹ ਗਲਤ ਨੇ, ਸਮਾਜ ਸਾਰੀ ਉਮਰ ਨਹੀਂ ਠੀਕ ਹੋਣਾ, ਸਾਰਾ ਯੁੱਗ ਨਹੀਂ ਠੀਕ ਹੋਣਾ, ਜ਼ੋਰ ਲਾ ਲਓ ਤੁਸੀਂ। ਸੋ ਇੰਨੀ ਕਿ ਮੇਰੀ ਬੇਨਤੀ ਸੀਗੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।